ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਸੰਗਤ ਟੈਲੀਵਿਜ਼ਨ ਵੱਲੋਂ ਜੋ ਵੀਰ ਜਤਿੰਦਰ ਸਿੰਘ ਜੀ ਉੱਪਲ ਦੇ ਨਾਲ ਰਲ ਕੇ ਇਹ ਜੋ ਉਪਰਾਲਾ ਫਿਰ ਦੁਬਾਰਾ ਤੋਂ ਨਵੇਂ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਰੋਜ਼ਾਨਾ ਸਹਿਜ ਪਾਠ ਵੀ ਸਤਿਗੁਰੂ ਜਿੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਜ਼ਾਰਾਂ ਬੱਚਿਆਂ ਦੇ ਨਾਲ ਸਹਿਜ ਪਾਠ ਦੀ ਸਤਿਗੁਰੂ ਸੇਵਾ ਲੈ ਰਹੇ ਹਨ, ਉੱਥੇ ਸਤਿਗੁਰੂ ਪਿਛਲੇ ਕਾਫੀ ਸਮੇਂ ਤੋਂ ਯੂਰਪ ਦੀਆਂ ਸੰਗਤਾਂ ਦੇ ਵਿੱਚ ਅਤੇ ਇੰਗਲੈਂਡ ਦੀਆਂ ਸੰਗਤਾਂ ਵਿੱਚ ਵੀ ਬੜਾ ਉਤਸ਼ਾਹ ਦੇਖ ਰਹੇ ਹਨ ਅਤੇ ਸੇਵਾ ਮਹਾਰਾਜ ਦੇ ਰਹੇ ਹਨ। ਅਤੇ ਇੱਥੇ ਬਹੁਤ ਸਾਰੇ ਗੁਰਸਿੱਖ ਪਰਿਵਾਰਾਂ ਦੇ ਵਿੱਚ ਸਹਿਜ ਪਾਠ ਦੀ ਜਿਹੜੀ ਲਹਿਰ ਹੈ ਉਹ ਚੱਲ ਪਈ ਹੈ ਅਤੇ ਪਰਿਵਾਰਾਂ ਦੇ ਪਰਿਵਾਰ ਜੋ ਹਨ ਉਹ ਸਤਿਗੁਰੂ ਦੇ ਲੜ ਲੱਗ ਕੇ ਚੜ੍ਹਦੀਆਂ ਕਲਾਂ ਵਿੱਚ ਹੋ ਰਹੇ ਹਨ। ਸਹਿਜ ਪਾਠ ਬਹੁਤ ਸਾਰੀ ਸੰਗਤ ਇਸ ਬਾਰੇ ਬਹੁਤ ਸਾਰੇ ਮਨ ਦੇ ਵਿੱਚ ਸਵਾਲ ਵੀ ਹੋਣਗੇ ਵੀ ਸਹਿਜ ਪਾਠ ਹੈ ਕੀ। ਅਸਲ 'ਚ ਅਸੀਂ ਜਦੋਂ ਪਹਿਲੀ ਵਾਰ ਸਤਿਗੁਰਾਂ ਦੇ ਚਰਨੀ ਲੱਗਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਲਈ ਪਹਿਲੀ ਵਾਰ ਮਹਾਰਾਜ ਦੀ ਤਾਬਿਆ ਬੈਠ ਕੇ ਹੁਕਮਨਾਮਾ ਲਿਆ ਜਾਂਦਾ ਹੈ, ਅਰਦਾਸ ਕੀਤੀ ਜਾਂਦੀ ਹੈ ਅਤੇ ਇੱਕ ਓਅੰਕਾਰ ਤੋਂ ਸਤਿਗੁਰੂ ਜੀ ਦਾ ਪਾਠ ਆਰੰਭ ਕੀਤਾ ਜਾਂਦਾ ਹੈ ਅਤੇ ਸਹਿਜੇ ਸਹਿਜੇ ਹੌਲੀ ਹੌਲੀ ਚਾਹੇ ਜਿਤਨਾ ਵੀ ਸਮਾਂ ਲੱਗੇ 2 ਮਹੀਨੇ 6 ਮਹੀਨੇ ਸਾਲ ਜਾਂ 1.5 ਸਾਲ ਉਹਦੇ ਵਿੱਚ ਅਸੀਂ ਆਰਾਮ ਨਾਲ ਪਾਠ ਕਰਨਾ ਹੁੰਦਾ। ਜਦੋਂ ਸਮਾਂ ਲੱਗੇ ਦਿਨੇ ਦੁਪਹਿਰੇ ਸਵੇਰੇ ਸ਼ਾਮੀ ਰਾਤੀ ਜਾਂ ਅੰਮ੍ਰਿਤ ਵੇਲੇ ਕਿਸੇ ਵੇਲੇ ਵੀ ਅਸੀਂ ਸਤਿਗੁਰਾਂ ਦੀ ਬਾਣੀ ਜਿੱਥੇ ਅਸੀਂ ਛੱਡੀ ਸੀ ਉੱਥੋਂ ਹੀ ਆਰੰਭ ਕਰਕੇ 8 18 10 20 ਤੱਕ ਭੋਗ ਜਦੋਂ ਪਾਉਣੇ ਹਨ ਉਹਨੂੰ ਕਿਹਾ ਜਾਂਦਾ ਹੈ ਸਹਿਜ ਪਾਠ ਕੀਤਾ ਅਤੇ ਗੁਰਚਰਨੀ ਲੱਗਿਆ ਜਾਂਦਾ ਹੈ। ਪਹਿਲੀ ਵਾਰੀ ਜਦੋਂ ਸਤਿਗੁਰਾਂ ਦਾ ਹੁਕਮਨਾਮਾ ਲਿਆ ਜਾਂਦਾ ਹੈ ਉਸ ਨੂੰ ਕਹਿੰਦੇ ਹਨ ਗੁਰਚਰਨੀ ਲੱਗਣਾ ਸਮਾਗਮ। ਸਤਿਗੁਰ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜਦੋਂ ਇਹ ਸਹਿਜ ਪਾਠ ਦੀ ਲਹਿਰ ਸੰਨ 2004 ਦੇ ਵਿੱਚ ਵੀਰ ਸਰਬਜੀਤ ਸਿੰਘ ਜੀ ਰੇਣੂਕਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰਾਹੀਂ ਸੰਗਤ ਵਿੱਚ ਪਹੁੰਚਾਈ ਵੀ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਕਿਉਂ ਨਾ 400 ਸਾਲਾਂ ਅਤੇ ਕਿਉਂ ਨਾ ਅਸੀਂ ਬੱਚਿਆਂ ਨੂੰ ਕਹੀਏ ਵੀ ਸਹਿਜ ਪਾਠ ਕਰੋ, ਕਿਉਂਕਿ ਉਦੋਂ ਤੱਕ ਸਹਿਜ ਪਾਠ ਦੀ ਨਾਮ ਅਸੀਂ ਭੁੱਲ ਚੁੱਕੇ ਸੀ। ਕਿਉਂਕਿ 30 40 ਸਾਲ ਪਹਿਲੋਂ ਸੰਗਤ ਜਦੋਂ ਵੀ ਬੱਚਾ ਕੋਈ ਹੋਸ਼ ਸੰਭਾਲਦਾ ਸੀ ਤਾਂ ਉਹ ਗੁਰਚਰਨੀ ਲੱਗ ਜਾਂਦਾ ਸੀ, ਪੰਜਾਬੀ ਪੜ੍ਹਨੀ ਜਾਣ ਲੈਂਦਾ ਸੀ ਤਾਂ ਸਤਿਗੁਰਾਂ ਦਾ ਰੋਜ਼ ਹੀ ਹਾਜ਼ਰੀ ਭਰਦਾ ਸੀ। ਬਹੁਤ ਸਾਰੀਆਂ ਵੀਰ ਭੈਣਾਂ ਅਤੇ ਅਸੀਂ ਜਿੰਨੇ ਵੀ ਆਪਣੇ ਵੱਡੇ ਵੱਡੇ ਵਿਦਵਾਨ ਸੱਜਣ ਵੀਰਾਂ ਨੂੰ ਦੇਖਦੇ ਹਾਂ, ਉਹਨਾਂ ਦੀ ਜਦੋਂ ਜੀਵਨੀਆਂ ਪੜ੍ਹਦੇ ਹਾਂ ਗੁਰਸਿੱਖਾਂ ਦੀਆਂ, ਭਾਈ ਵੀਰ ਸਿੰਘ ਜੀ, ਭਗਤ ਪੂਰਨ ਸਿੰਘ ਜੀ ਜਾਂ ਹੋਰ ਵੀ ਆਪਣਾ ਪ੍ਰਿੰਸੀਪਲ ਸਤਬੀਰ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ ਜਾਂ ਜਿੰਨੇ ਵੀ ਤੁਸੀਂ ਨਾਮ ਲਓਗੇ ਜੇ ਉਹਨਾਂ ਦੇ ਜੀਵਨੀਆਂ ਪੜ੍ਹੋਗੇ ਤਾਂ ਇੱਕ ਗੱਲ ਉਹਦੇ ਵਿੱਚ ਮਸਟ ਜ਼ਰੂਰ ਆਉਂਦੀ ਹੈ ਵੀ ਪੱਕਾ ਲਿਖਿਆ ਹੋਇਆ ਉਹਦੇ ਵਿੱਚ ਵੀ ਅਸੀਂ ਨਿੱਕੇ ਹੁੰਦਿਆਂ ਹੀ ਗੁਰਚਰਨੀ ਲੱਗ ਗਏ ਸੀ, ਜਿਹਦੇ ਕਾਰਨ ਉਹਨਾਂ ਦਾ ਭਵਿੱਖ ਜਿਹੜਾ ਉਜਲਾ ਹੋ ਗਿਆ। ਕਿਉਂਕਿ ਜਿਹੜਾ ਸਮਾਂ ਹੁੰਦਾ ਨਾ ਟੀਨ ਏਜ ਬਚਪਨ ਜਿਹੜਾ ਹੁੰਦਾ ਉਹ ਸਿੱਖਣ ਵਾਸਤੇ ਹੁੰਦਾ ਅਤੇ ਜੋ ਇਹਦੇ ਵਿੱਚ ਸਿਖਾ ਦਿੱਤਾ ਜਾਵੇ ਬਸ ਉਹੀ ਜੋ ਹੈ ਸਾਰੀ ਜ਼ਿੰਦਗੀ। ਫਿਰ ਕਹਿੰਦੇ ਹਨ ਵਾਰਿਸ ਸ਼ਾਹ ਵੀ ਕਹਿੰਦਾ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਚਾਹੇ ਕੱਟੀਏ ਪੋਰੀਆਂ ਜੀ, ਵਜਦੜੀਆਂ ਸਾਜਦੜੀਆਂ ਨਿਭਣ ਸਿਰਾਂ ਦੇ ਨਾਲ। ਅਤੇ ਇਸੇ ਤਰ੍ਹਾਂ ਜੋ ਬਚਪਨ ਹੈ ਉਹ ਮੈਲਟਿੰਗ ਪੁਆਇੰਟ ਹੈ, ਪਿਘਲਿਆ ਹੋਇਆ ਲੋਹਾ, ਜਿਹੜੇ ਸੱਚੇ ਵਿੱਚ ਢਾਲ ਦਿਓਗੇ ਬਸ ਉਹੀ ਬਣ ਜਾਏਗਾ। ਜੇ ਸਤਿਗੁਰ ਦੀ ਸੰਗਤ ਕਰਨ ਲੱਗ ਪਏ ਅਤੇ ਆਪ ਸਭ ਸੁਣਦੇ ਹੀ ਹੋ, ਪੜ੍ਹਦੇ ਵੀ ਹੋ, ਵਿਚਾਰਦੇ ਵੀ ਹੋ ਵੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤਿਗੁਰੂ ਜੀ ਕਹਿੰਦੇ ਹਨ ਸੰਗਤ ਕਾ ਗੁਣ ਬਹੁ ਅਧਿਕਾਈ ਪੜ੍ਹ ਸੂਆ ਗਨਿਕ ਉਦਾਰੇ। ਮਿਲ ਸੰਗਤ ਗੁਣ ਪ੍ਰਗਾਸ ਅਤੇ ਨਿੱਕੀ ਉਮਰੇ ਹੀ ਗੁਣਾਂ ਦਾ ਪ੍ਰਗਾਸ ਹੋ ਜਾਂਦਾ ਹੈ, ਕਿਉਂਕਿ ਸਾਡੇ ਅੰਦਰ ਗੁਣ ਬਹੁਤ ਜ਼ਿਆਦਾ ਹਨ ਪਰ ਕੀ ਹੈ ਔਗੁਣਾਂ ਦੇ ਕਰਕੇ ਉਹ ਦੱਬੇ ਜਾਂਦੇ ਹਨ ਮਾੜੀ ਸੰਗਤ ਕਰਕੇ। ਅਤੇ ਜਦੋਂ ਸਤਿਗੁਰ ਦੀ ਸੰਗਤ ਮਿਲਦੀ ਹੈ, ਭਗਤ ਕਬੀਰ ਜੀ ਦੀ ਸੰਗਤ ਮਿਲਦੀ ਹੈ, ਭਗਤ ਰਵਿਦਾਸ ਜੀ ਦੀ ਸੰਗਤ ਮਿਲਦੀ ਹੈ, ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਅਤੇ 9ਵੇਂ ਪਾਤਸ਼ਾਹ ਦੀ ਅਤੇ 5ਵੇਂ ਪਾਤਸ਼ਾਹ ਦੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਜਦੋਂ ਸੰਗਤ ਮਿਲਦੀ ਹੈ ਤਾਂ ਫਿਰ ਸਤਿਗੁਰੂ ਦੱਸਦੇ ਹਨ ਵੀ ਜਿਸ ਤਰ੍ਹਾਂ ਪਾਰਸ ਦੇ ਨਾਲ ਲੱਗ ਕੇ ਤਾਂਬਾ ਲੋਹਾ ਚਾਂਦੀ ਪਿੱਤਲ ਇਹ ਸਾਰੀਆਂ ਧਾਤਾਂ ਸੋਨਾ ਬਣ ਜਾਂਦੀਆਂ ਹਨ, ਇਸੇ ਤਰ੍ਹਾਂ ਹੀ ਕੋਈ ਵੀ ਮਨੁੱਖ ਦੁਨੀਆ 'ਤੇ ਬਿਨਾਂ ਜਾਤ ਧਰਮ ਨਸਲ ਵਿਤਕਰੇ ਦੇ ਆਪਣਾ ਸਹਿਜ ਪਾਠ ਆਰੰਭ ਕਰ ਸਕਦਾ ਹੈ। ਇੱਕ ਤਾਂ ਹੈ ਵੀ ਪੰਜਾਬੀ ਪੜ੍ਹਨੀ ਜਾਣਦਾ ਹੋਵੇ, ਪਰ ਜੇ ਨਹੀਂ ਵੀ ਜਾਣਦਾ ਸਤਿਗੁਰਾਂ ਦੀ ਬਾਣੀ ਹੋਰਨਾਂ ਭਾਸ਼ਾਵਾਂ ਵਿੱਚ ਵੀ ਤਰਜਮਾ ਕਰ ਰਹੇ ਹਨ। ਬੜੇ ਸਾਰੇ ਵੀਰ ਲੱਗੇ ਹੋਏ ਹਨ ਇਹਨਾਂ ਥਾਵਾਂ 'ਤੇ
ਤੁਸੀਂ ਇਹ ਜਾਣਦੇ ਹੋ ਬੜੀ ਭਲੀ ਭਾਂਤੀ ਵੀ ਬਾਬਾ ਦੀਪ ਸਿੰਘ ਜੀ ਨੇ ਵੀ ਜਿੱਥੇ ਸਰੂਪ ਗੁਰਮੁਖੀ ਵਿੱਚ ਲਿਖੇ ਸਨ ਉੱਥੇ ਫਾਰਸੀ ਵਿੱਚ ਵੀ ਲਿਖੇ ਸਨ। ਅਤੇ ਸਤਿਗੁਰ ਨੇ ਬਹੁਤ ਸਾਰੀਆਂ ਬਾਣੀਆਂ ਜਿਹੜੀਆਂ ਸਨ ਆਪਣੀਆਂ ਉਹਨਾਂ ਦਾ ਉਲਟਾ ਕਰਨ ਵਾਸਤੇ ਉਹਨਾਂ ਦੇ ਕੋਲ ਭਾਂਤ ਭਾਂਤ ਦੇ ਕਵੀ ਸਨ, ਜਿਨ੍ਹਾਂ ਦੀ ਤਕਰੀਬਨ ਜਿਹੜੀ ਗਿਣਤੀ ਹੈ ਉਹ 52 ਦੇ ਕਰੀਬ ਦੱਸੀ ਜਾਂਦੀ ਹੈ। ਉਹ ਸਾਰੇ ਹੀ ਅਲੱਗ-ਅਲੱਗ ਭਾਸ਼ਾਵਾਂ ਦੇ ਨਾਲ ਸੰਬੰਧਿਤ ਸਨ ਅਤੇ ਗੁਰੂ ਸਾਹਿਬ ਜੀ ਦੀਆਂ ਬਾਣੀਆਂ ਨੂੰ ਆਪਣੀਆਂ ਭਾਸ਼ਾਵਾਂ ਵਿੱਚ ਉਲਥਾ ਕਰਦੇ ਸਨ ਅਤੇ ਆਪਣੀਆਂ ਰਚਨਾਵਾਂ ਵੀ ਗੁਰੂ ਸਾਹਿਬ ਦੇ ਪੇਸ਼ ਕਰਦੇ ਸਨ ਅਤੇ ਗੁਰੂ ਮਹਾਰਾਜ ਫਿਰ ਉਹਨਾਂ 'ਤੇ ਆਪਣਾ ਰਿਮਾਰਕਸ ਵੀ ਦਿੰਦੇ ਸਨ ਵੀ ਕੀ ਕਹਿੰਦੇ ਸਨ। ਜਿਸ ਤਰ੍ਹਾਂ ਬੜੇ ਬੜੇ ਮਹਾਰਾਜ ਦੇ ਸੁੰਦਰ ਸਵਈਏ ਹਨ। ਮਹਾਰਾਜ ਕਹਿੰਦੇ ਹਨ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਤਾਂ ਇਹ ਸਹਿਜ ਪਾਠ ਦੀ ਲਹਿਰ ਜਦੋਂ 1 ਸਤੰਬਰ 2004 ਨੂੰ ਸਤਿਗੁਰਾਂ ਦਾ 400 ਸਾਲਾਂ ਪਹਿਲਾਂ ਪ੍ਰਕਾਸ਼ ਪੁਰਬ ਆਉਣਾ ਸੀ, ਸ਼ਤਾਬਦੀ ਸੀ, ਤਾਂ 1 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ। ਸੋਚਿਆ ਗਿਆ ਕਿ ਚਲੋ ਭਾਈ ਕੋਈ 500 ਬੱਚਾ ਜਿਹੜਾ ਹੈ ਗੁਰੂ ਮਹਾਰਾਜ ਦਾ ਕਰ ਜਾਏਗਾ ਸਹਿਜ ਪਾਠ, ਤਾਂ ਉਹਨਾਂ ਨੂੰ ਕੁਝ ਗਿਫਟ ਹੋਇਆ ਕਿ ਇਹ ਸ਼ਤਾਬਦੀ ਮਨਾਈ ਜਾਏਗੀ। ਸਤਿਗੁਰਾਂ ਦੀ ਬਖਸ਼ਿਸ਼ ਹੋਈ, 2000 ਡਾਇਰੀ ਛਾਪੀ ਗਈ ਵੀ 500 ਦਾ ਭੋਗ ਤਾਂ ਹੀ ਪਏਗਾ ਜੇ 2000 ਹੋਵੇਗੀ, ਕਿਉਂਕਿ ਕੁਆਂਟਿਟੀ ਵਿੱਚੋਂ ਹੀ ਕੁਆਲਿਟੀ ਨਿਕਲਦੀ ਹੈ। ਪਰ ਅਸੀਂ ਇਸ ਚੀਜ਼ ਨੂੰ ਦੇਖ ਕੇ ਬੜੇ ਹੈਰਾਨ ਹੋਏ ਵੀ 2000 ਡਾਇਰੀ ਵਿਦਿਨ 2 ਵੀਕਸ ਔਰ 3 ਵੀਕਸ ਵਿੱਚ ਸਾਰੀ ਲੱਗ ਗਈ। ਬੜੇ ਹੈਰਾਨ ਹੋਏ ਸਾਨੂੰ, ਤੇ ਕਿਸੇ ਨੇ ਕਿਹਾ ਵੀ ਸੀ ਵੀ 500 ਪਾਠ ਕਰਾਉਣਾ ਤੇ 2000 ਡਾਇਰੀ ਦੀ ਕੀ ਲੋੜ ਹੈ, ਪੈਸਾ ਫਜ਼ੂਲ ਖਰਚ ਕਰ ਰਹੇ ਹੋ। ਤੇ ਅਸੀਂ ਕਿਹਾ ਵੀ ਨਹੀਂ ਭਾਈ ਕੋਈ ਗੱਲ ਨਹੀਂ, ਜ਼ਿਆਦਾ ਕਰਨਗੇ ਤੇ ਕੀ ਪਤਾ ਟਾਈਮ ਸਿਰ ਭੋਗ ਪੈਣਾ ਕਿ ਨਹੀਂ ਪੈਣਾ ਬੱਚਿਆਂ ਕੋਲ। ਤੇ ਸਤਿਗੁਰ ਦੀ ਇੰਨੀ ਬਖਸ਼ਿਸ਼ ਕਿਉਂ? ਕਿਉਂਕਿ ਸਮਾਂ 20 ਸਾਲ ਐਸੇ ਲੰਘੇ ਸਨ ਕਿ ਜਿਹੜੀ ਧਰਤੀ ਸੀ ਉਹ ਤਪ ਰਹੀ ਸੀ, ਤੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਨਾ ਉਹ ਠੰਡ ਵਰਤਾਉਂਦੀ ਹੈ। ਸਤਿਗੁਰਾਂ ਦਾ ਫਰਮਾਨ ਵੀ ਹੈ, ਜਲ ਤਉ ਬਲ ਤਉ ਤਉ ਕਿਆ ਗੁਰ ਚੰਦਨ ਸੀਤ ਲਾਇਓ, ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ। ਵੀ ਸੜਦੇ ਬਲਦੇ ਹਿਰਦੇ ਦੇ ਉੱਤੇ ਜਦੋਂ ਕੋਈ ਜਿਸ ਤਰ੍ਹਾਂ ਕੋਈ ਚੀਜ਼ ਸੜ ਬਲ ਰਹੀ ਹੋਵੇ ਤਾਂ ਉਹਦੇ 'ਤੇ ਪਾਣੀ ਦਾ ਅਸੀਂ ਤਰੋਂਕਾ ਮਾਰਦੇ ਹਾਂ, ਪਾਣੀ ਤਰੋਂਕਦੇ ਹਾਂ ਅਤੇ ਉਹ ਅੱਗ ਬੁਝ ਜਾਂਦੀ ਹੈ। ਇਸੇ ਤਰ੍ਹਾਂ ਹੀ ਇਸ ਹਿਰਦੇ ਨੂੰ ਸੜਦੇ ਬਲਦੇ ਹੋਏ ਹਮੇਰਾ ਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ ਇਸ ਭਰੇ ਹੋਏ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਭਾਂਬੜ ਮਚ ਰਹੇ ਸਨ। ਇਹ ਹਿਰਦਾ ਤਪ ਰਿਹਾ ਸੀ, ਕਿਸੇ ਨਾ ਕਿਸੇ ਕਾਰਨ ਦੁਖੀ ਸੀ, ਕਿਉਂਕਿ ਸਾਹਿਬਾਂ ਦੀ ਬਾਣੀ ਕਹਿੰਦੀ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਓ। ਅਤੇ ਜਿਸ ਦੇ ਕਾਰਨ ਮਹਾਰਾਜ ਕਹਿੰਦੇ ਨੇ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਓ। ਅਤੇ ਸੱਚੀ ਬਾਣੀ ਹੀ ਜਦੋਂ ਤਰੋਂਕਾ ਮਾਰਿਆ, ਜਲ ਤਉ ਬਲ ਤਉ ਤੌਂਕਿਆ ਗੁਰ ਚੰਦਨ ਸਿਤ ਲਾਏ, ਅਤੇ ਗੁਰੂ ਨੇ ਸੀਤਲ ਵਰਗੀ ਠੰਡ ਦੇ ਦਿੱਤੀ, ਠੰਡ ਪਾ ਦਿੱਤੀ। ਹਿਰਦਾ ਠੰਡਾ, ਕੋਈ ਦੁੱਖ ਆ ਗਿਆ ਤੇ ਗੱਲ ਹੀ ਕੋਈ ਨਹੀਂ, ਕੋਈ ਨਹੀਂ ਮਹਾਰਾਜ ਨੇ ਦੁੱਖ ਦਿੱਤਾ ਹੈ ਤੇ ਛੋਟਾ ਦਿੱਤਾ ਹੈ, ਦੁਨੀਆ ਤੋਂ ਬੜੇ ਬੜੇ ਵੱਡੇ ਦੁੱਖ ਨੇ। ਇਸ ਤਰ੍ਹਾਂ ਠੰਡ ਵਰਤ ਗਈ, ਅਗਿਆਨ ਅੰਧੇਰਾ ਮਿਟ ਗਿਆ। ਜਿਹੜਾ ਅਗਿਆਨ ਸੀ ਮੈਂ ਮੇਰੀ ਦਾ, ਮੇਰਾ ਘਰ ਮੇਰੀ ਕਾਰ ਮੇਰੀ ਕੋਠੀ ਮੇਰਾ ਪਰਿਵਾਰ ਮੇਰਾ 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 ਕਰਦਾ ਸੀ, ਫਿਰ ਉਹ ਗੁਰੂ ਦੀ ਬਾਣੀ ਨਾਲ ਜੁੜ ਕੇ ਤੂੰ ਤੂੰ ਤੇਰਾ ਤੇਰਾ 'ਤੇ ਆ ਗਿਆ। ਅਤੇ ਆਪ ਸਭ ਜਾਣਦੇ ਹੋ ਗੁਰਸਿੱਖਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਹੈ ਵੀ ਭਗਤੀ ਦੀ ਸ਼ੁਰੂਆਤ ਤੂੰ ਤੂੰ ਤੋਂ ਹੁੰਦੀ ਹੈ ਅਤੇ ਭਗਤੀ ਦਾ ਜੋ ਐਂਡ ਹੈ ਉਹ ਵੀ ਤੂੰ ਤੂੰ 'ਤੇ ਹੁੰਦਾ ਹੈ। ਕਬੀਰ ਜੀ ਕਹਿੰਦੇ ਹਨ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾ ਤਤ ਤੂੰ। ਅਤੇ ਬਹੁਤ ਸਾਰੇ ਬੱਚਿਆਂ ਨੇ ਸਹਿਜ ਪਾਠ ਆਰੰਭ ਕਰ ਲਿਆ, 2000 ਡਾਇਰੀ ਸਾਨੂੰ ਹੋਰ ਛਾਪਣੀ ਪਈ, ਉਹ ਵੀ ਲੱਗ ਗਈ। ਸਤਿਗੁਰ ਦੀ ਬਖਸ਼ਿਸ਼ ਹੋਈ, ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਅਤੇ 13,000 ਤੋਂ ਵੱਧ ਬੱਚੇ ਨੇ ਸਹਿਜ ਪਾਠ ਆਰੰਭ ਕਰ ਲਿਆ। ਅਤੇ ਜਿੱਦਣ 1 ਸਤੰਬਰ ਤੱਕ ਮਹਾਰਾਜ ਦੀ ਸ਼ਤਾਬਦੀ ਸੀ, ਤਦੋਂ ਤੱਕ ਭੋਗ ਜਿਹੜਾ ਸੀ ਉਹ ਕੋਈ 8300 ਦੇ ਕਰੀਬ ਬੱਚੇ ਨੇ ਪਾ ਲਿਆ। ਇਸ ਤਰ੍ਹਾਂ ਫਿਰ ਚਾਅ ਚੜ੍ਹ ਗਿਆ, ਫਿਰ ਇਸ ਮੁਹਿੰਮ ਨੂੰ ਫਿਰ ਸਟਾਰਟ ਕਰ ਦਿੱਤਾ ਗਿਆ। ਭਾਈ ਨਹੀਂ, ਸ਼ਤਾਬਦੀ ਇੱਦਾਂ ਨਾ ਮਨਾਈਏ, ਕੋਈ ਵੀ ਗੁਰਪੁਰਬ ਆਉਂਦਾ ਹੈ ਅਤੇ ਲੰਗਰ ਲਗਾ ਲਈਏ, ਨਗਰ ਕੀਰਤਨ ਕੱਢ ਲਈਏ, ਕੀਰਤਨ ਦਰਬਾਰ ਕਰਾ ਲਈਏ, ਨਹੀਂ ਇੱਥੇ ਹੀ ਬਸ ਨਹੀਂ, ਇਸ ਨੂੰ ਕੰਟੀਨਿਊ ਚੱਲਣ ਦਿਓ। ਫਿਰ ਇਸ ਮੁਹਿੰਮ ਨੂੰ ਅੱਗੇ ਲੈ ਗਏ। ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦਾ ਆਸ਼ੀਰਵਾਦ ਮਿਲਿਆ। ਸੁਕ੍ਰਿਤ ਟਰੱਸਟ ਜੋ ਬਣਿਆ 2006 ਵਿੱਚ, ਉਹਨੇ ਫਿਰ ਪੂਰਨ ਤੌਰ 'ਤੇ ਸ੍ਰੀ ਸਹਿਜ ਪਾਠ ਸੇਵਾ ਨੂੰ ਅਪਣਾ ਲਿਆ ਅਤੇ ਇੰਨੀਆਂ ਬਖਸ਼ਿਸ਼ਾਂ ਮਹਾਰਾਜ ਦੀਆਂ ਹਜ਼ਾਰਾਂ ਸਹਿਜ ਪਾਠ ਸ਼ੁਰੂ ਹੋ ਗਏ। ਅਤੇ ਇਹਦੇ ਵਿੱਚ ਵੀਰ ਜਤਿੰਦਰ ਸਿੰਘ ਜੀ ਉੱਪਲ ਆਸਟ੍ਰੇਲੀਆ ਤੋਂ,
उन्होंने कहा भाई जिन्नी शब्दार्थ वास्ते सानू माया चाहिए है वो तुसी जिन्ना शब्दार्थ चाहिए मैनू दसो, मैं तुहानू प्रिंटिंग करवा के देवांगा। तो मेरे ख्याल नाल एक साल दे विच 80-80 लाख रुपए का शब्दार्थ, 1-1 करोड़ रुपए का शब्दार्थ महाराज ने दिता। तो इस वेले कोई हज़ारां दे हिसाब नाल साडे कोल विद ID प्रूफ फोटो दे नाल बच्चों का हैगा भी जिहड़े 72,000 तो वध बच्चे सहज पाठ कर रहे हैं, जिहड़े उन्होंने माँ पिता कर रहे हैं, जिहड़े पहलों कर चुके हैं जां पता नहीं कितनी संगत होर कर रही है बिना जिहड़े फॉर्म भरिया, वो मेरे ख्याल 1.5-2 लाख होएगी। अकाल पुरख की बख्शिश है। पर हुण ये सेवा असीं इत्थे भी शुरू की हुई है। सतगुर की किरपा नाल वीर जतिंदर सिंह जी ने संगत टैलीविजन के नाल गलबात की भाई असीं यूरोप दे विच इंग्लैंड दे विच भी फिर हुण बड़े सुंदर तरीके नाल महाराज दे शब्दार्थ मंगाए अते हुण संगत टैलीविजन ते भी है। फिर पैरिस सरदार गुरदयाल सिंह जी दशमेश सिख अकैडमी पैरिस, उत्थे महाराज ने पिछले साल जो असीं कैंप लगाया सी 1 साल छड्ड के, तो बहुत सारे परिवारां ने सहज पाठ आरंभ कर लिया। बड़े सारे क्वेश्चन सन कि वीर जी साडे घर इदां नॉन वैज बनदा है जां मैं पंजाबी चंगी तरह नहीं जानती, जां बहुत सारे सवालों के जवाब उन्होंने क्लीयर करके जो उन्होंने आरंभ करवा दिता गया। सब तो वड्डी गल सी भी असीं कहंदे सी भाई तुहाडे अपने बच्चे ने जो पहली बारी बोलना शुरू करते हैं तो कि वो साइकिल नूं साइकिल कह लेंदे, कहंदे नहीं जी। मैं क्या जी वो दरख्त नूं दरख्त कह लेंदे कि नहीं जी। तो मैं क्या फिर वो तो पापा नूं भी ताता कहंदे ते तुसीं की करदे हो, कहंदे प्यार करदे आ। तो मैं क्या जो एक दुनियावी मनुख अपने बच्चे दे बोलण ते प्यार करता है, खुश हुंदा है, तो शुक्र करता परमात्मा का भी वाहिगुरू तेरा शुक्र है मेरे बच्चे ने बोलना शुरू कर दिता। तो जिहड़े है ही मिठ बोलड़े धन धन साहब श्री गुरु ग्रंथ साहब महाराज जी हाँ संभल थक्की जी वह कदे ना बोले कोरा। तो जदों उन्होंने सहज पाठ आरंभ कर ले तो सतगुरां का फरमान है आप रोज़ ही पढ़ते हैं जपजी साहिब 6वीं पौड़ी विच सतगुरु जी कहते हैं भी महाराज जी कहते हैं भी जे जुग चारे आरजा होर दसूणी होए नवां खंडां विच जानी है नाल चलै सब कोई। जेकर तेरी उम्र 4 जुगां च नहीं हो जाए मल्टीप्लाई बाय 10 40 जुगां च नहीं हो जाए तो तू चंगे चंगे काम भी करे नाल चले सब चंगा नाओ रखाए कै जस कीरत जग ले। तो चंगे चंगे काम भी करे तो जय जयकार भी होवे तेरी उस्तत भी होवे जस दे विच। पर वाहिगुरू जी नाल ही कह दिंदे हन जे तिस नदर ना आवई तां बात ना पुछै कि जेकर उहदी नदर ना होई तेरे ते तू नदर का पात्र ना बनियो तो सारा कुछ मिट्टी है। कीटा अंदर कीट कर दोषी दोष धरे। दोषियों विचों वड्डा दोषी गर्दानिया जाएगा तो कीड़ियां विचों वड्डा कीड़ा गर्दान के तैनूं सज़ा दी जाएगी। तो नदर होनी कित्थों है? सतगुरां दी बाणी खुद आप पढ़ के। जेकर तुसी 10 गुरु साहबान दे अते धन धन साहब श्री गुरु ग्रंथ साहिब दर्शन करना चाहते हो तो एक गल जरूर है कि तुहानूं आप अपना सहज पाठ करना पएगा। एक बार भाई जसवीर सिंह जी खालसा खन्ने वाले जो किसी गुरुद्वारे कीर्तन कर रहे सी बड़ा आनंदमय कीर्तन सी तो की होया जो कीर्तन की समाप्ति बाद चले तो जिहड़े ऑफिस वाले सन वीर दे 3-4 रिक्वेस्ट करके अपने ऑफिस में लै गए नहीं भाई साहब जरूर एक बारी आओ तुहाडा बहुत धन्नवाद तुसीं बड़ी बख्शिश की। देखो किन्नियां संगतां जुड़ियां ने किन्नी बख्शिश हुई है। जो ये गल्लां उन्होंने कीतियां तो भाई साहब जी ने जिहड़ा ज़्यादा वीर गल्लां कर रहा सी ना उन्होंने की बेनती की भी भाई साहब कि तुसी श्री गुरु ग्रंथ साहिब दे दर्शन किए हैं? तो कह लगा हाँ जी मैं महाराज मैं मत्था टेकदा रोज़ दर्शन करदा। भाई साहब ने दोबारा रिपीट किया क्वेश्चन पुट किया भी की तुसी श्री गुरु ग्रंथ साहिब दे दर्शन किए हैं? कहते जी मैं तो गुरु घर का खजानची हाँ फाइनैंस खजानची हाँ मैनू तो सवेरे भी आना पैंदा तो शामी भी तो मैं तो 2 बारी दर्शन करदा। भाई साहब ने तीसरी बार फिर रिपीट कर दिता भाई साहब जी मैं गल कर रहा उसका उत्तर दिओ भी की तुसी श्री गुरु ग्रंथ साहिब दे दर्शन किए हैं? तो वो सैकटरी कहने लगा मैनू समझ नहीं लगी गल की जी तुसी गल पूछी है वो मैं आप जी को दस दी है तुसी क्लीयर करके पूछो। महाराज कहते की तू सहज पाठ करदा? तो वह चेहरा थले हो गया अखां नीवीं पा लई तो कह लगा नहीं मैं सहज पाठ तो नहीं करता। तो महाराज जी कहते फिर तू दर्शन करदा ही नहीं तू तो रुमालियां दे दर्शन करदा चंदोए दे दर्शन करदा चौर साहब के दर्शन करदा संगत की चरण धूड़ तेन मिलती है पर तू श्री गुरु ग्रंथ साहिब के दर्शन नहीं करता। असल दर्शन की ने खुद सहज पाठ करना। महाराज जी बाणी भी कहती है भाई रे गुर बिन सहज ना होए। गुरु तो बिना सहज होंदा ही नहीं।
तो जो असीं पिछले साल कैंप में आए सी तो बहुत सारे परिवारों ने सतगुरु की बख्शिश नाल उत्थे सहज पाठ आरंभ कर लए। पोथियां जिहड़ियां सी लंडन तो पैरिस भेज दित्तियां गईयां। सरदार गुरदयाल सिंह जी खुद आन के गड्डी ते लैके गए, कह लगे नहीं मैं तो ये सेवा झोली विच पई है, मैं ये सेवा खुद करांगा। स्पैशल गड्डी वड्डी लैके आए तो महाराज दे स्वरूप जिहड़े लैके गए। कुछ चीज़ां नाल भेज भी दित्तियां बाद विच। फिर तो उस स्वरूपां तो जदों परिवारां ने सहज पाठ कीते तो ऐतकी वाहिगुरू दी किरपा इन्नी हुई कि वह भैन जदों क्लास ला रहा सी मैं सहज पाठ दी, क्योंकि जिथे असीं 3 तो 5 ठीक है जी, तो 5 तो 7 7 तो 10 10 तो 13 तो 13 तो वड्डियां दी क्लास लगाईदियां ने, तो साध संगत की क्लास भी लगती है स्पैशली तौर पर। जदों मैं उन्होंने गलबात कर रहा सी, कहंदी वीर जी तुसीं मैनूं पछाणिया, मैं क्या नहीं, कहंदी वीर जी तुसीं लास्ट टाइम जदों पिछली वारी आए सी तो उदों सहज पाठ की मैं गलबात की सी, तो तुसीं मैनूं कहा सी भी 9 वारी कर तूं। मैं रोन लग पई सी भी मेरा भी दिल करदा सहज पाठ करन नूं, पर साडे घर नॉन वैज है। तो मैं फिर भैन नूं कहा सी भी भैन कोई गल नहीं, तेरी आत्मा ने लेखा देना है, वो तेरा फर्ज है, तू वो अपना फर्ज निभा। इधरों तू अपनी आत्मा को खुराक देनी शुरू कर, गुरु भली करेगा। क्योंकि जिथे गुरु आ गया उत्थे सारियां बरकतां आ जांदियां ने ते भैड़ियां चीज़ां उत्थों भज जांदियां ने। महाराज कहते नस वसो किल विखो करता घर आया। तो सतगुरु की बाणी घर आई तो उन्हें मैनूं फोटो दिखाई, पहली फोटो भी, तो कहती हुण तो तुसीं मेरे बच्चे देख ही लिए किहड़े गुरसिख जिहड़े मीट नहीं सी छड्डदे। देखो मेरा घर वाला देखो किड्डा बख्शिश हो गई, मेरे परिवार ते बख्शिश हो गई, सिर्फ सहज पाठ की दौलत मीट का नामो निशान ही खत्म हो गया। इस तरह ही महाराज दी बख्शिशां इन्नियां ज़्यादा कि पुछो ही कुछ ना। इस बार भैन एक हॉलैंड तो आई सी, वो भैन अपने नाल जिथे आप सहज पाठ किया अपने बच्चों भी शुरू करवाया, तो नाल महाराज दे 12 सैट लैके गई होर भी मैं उत्थे शुरू करवावांगी। क्योंकि मेरे को मैं जो सहज पाठ करदी हाँ तो मैनूं होर भी लोग पुछते हैं भी सानूं भी दस, तुसीं घरे विच पोथियां दा सत्कार करके महाराज की बख्शिश लै सकते हो, किसी वेले भी सहज पाठ कर सकते हो। मेन गल सहज पाठ की इस वेले लोड़ क्यों है, ये भी गल हैगी है। सतगुरां ने धन धन साहिब श्री गुरु नानक देव जी ने सानूं शब्द गुरु दे लड़ लगाया, ਅਤੇ 239 साल बाद धन धन साहिब श्री गुरु गोबिंद सिंह साहिब जी महाराज ने सानूं शब्द गुरु दे लड़ सदाई भी तौर पर लगा दिता। जुगो जुग अटल धन धन साहिब श्री गुरु ग्रंथ साहिब दे लड़ लगा दिता ਅਤੇ आग्या की आग्या पई अकाल की। सानूं दस्सिया तबै चलायो पंथ सब सिखन को हुक्म है, गुरु मान्यो ग्रंथ। गुरु ग्रंथ जी मान्यो प्रगट गुरां की देह, जो प्रभ को मिल बोझ है खोज शब्द में ले। खोजना पड़ेगा खुद आप, क्योंकि अपन हथी अपना आपे ही काज सवारी है। खोज शब्द में ले भी भाई जिन्हें वाहिगुरू नूं मिलना चाहुंदा वो शब्द विचों खोज कर लो। तो जो सहजे सहजे शब्द नाल तुहाडा प्यार पएगा तो सतगुरु दीआं इन्नियां बरकतां होणगीआं, इन्नियां बरकतां होणगीआं कि सतगुरु ने वो पौड़ी विच अखीर ते फरमाया 6वीं पौड़ी विच जपजी साहिब दी, नानक निर्गुण गुण करे गुणवंते आ गुण दे। जिन्हां कोल कोई गुण नहीं हुंदा, जदों अपना वो सहज पाठ आरंभ कर दिंदे हन बिना किसी डर तो, बिना किसी भौ तो, बिना किसी दी डरिया होया झिझकदियां होया सारे डर ला के महाराज की बाणी का पाठ आरंभ कर देंगे तो इन्नियां बख्शिशां हो जांदियां हन, इन्नियां बख्शिशां कि वो मूँह दे नाल दसनियां मुश्किल हो जांदियां हन। सहज पाठ की एक किरपा है। तो जदों महाराज ने लड़ लाया सदीवी तौर पर असीं लड़ लग गए, तो जिहड़े 239 साल आए पहले पातशाह तो लैके 10वें पातशाह तक, तो ये सन वो साल जिन्हां भी सानूं जीवन जांच सिखाई पई। गुरसिखा कदी लोड़ होवे तो साडे जीवन वाल झाती मार लें जिंदगी विच। तो आपां बरतांत लै सकते हैं 5वें पातशाह ने संपादना की धन धन साहिब श्री गुरु ग्रंथ साहिब जी की, अते आप उस तो बाद थले सोना शुरू कर दिता, क्योंकि वाह वाह बाणी निरंकार है। तो हमारे पोथी परमेश्वर का थान, बाणी गुरु गुरु है बाणी विच बाणी अमृत सारे, गुरबाणी कह सेवक जन मानै परतख गुरु निस्तारे। अते 6वें पातशाह ने की किया फिर फरमान कर दिता जारी जो गुरगद्दी ते सुभाईमान होए भी अज तो बाद कोई भी रसद नहीं लैके आएगा। संगतन पुछया महाराज की लैके आईए, कह लगे तलवारां
ਨੇਜੇ, ਘੋੜੇ ਅਤੇ ਨੌਜਵਾਨ ਜਵਾਨੀਆਂ ਚਾਹੀਦੀਆਂ ਹਨ। ਸੰਗਤਾਂ ਨੇ ਬਹੁਤ ਸੁੰਦਰ ਸੁੰਦਰ ਆਪ ਜੀ ਨੇ ਬੜੀਆਂ ਸਾਖੀਆਂ ਸੁਣੀਆਂ। ਸ਼ਸਤਰ ਭੇਟਾ ਕੀਤੇ, ਘੋੜੇ ਭੇਟਾ ਕੀਤੇ, ਆਪਣੇ ਨੌਜਵਾਨ ਬੱਚੇ ਭੇਟਾ ਕੀਤੇ ਤੇ ਹਕੂਮਤ ਨੇ 4 ਜੰਗਾਂ ਥੋਪੀਆਂ ਤੇ ਚਾਰੇ ਜਿੱਤੀਆਂ ਮਹਾਰਾਜ ਨੇ। ਕਿਉਂ? ਕਿਉਂਕਿ ਮਹਾਰਾਜ ਨੇ ਸਮੇਂ ਦੀ ਨਜ਼ਾਕਤ ਨੂੰ ਪਹਿਚਾਨਿਆ, ਸਮੇਂ ਦੀ ਨਜ਼ਾਕਤ ਨੂੰ ਪਹਿਚਾਨਿਆ। ਤੇ ਅੱਜ ਸਾਨੂੰ ਵੀ ਸਮੇਂ ਦੀ ਨਜ਼ਾਕਤ ਨੂੰ ਪਹਿਚਾਨਣ ਦੀ ਲੋੜ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਥਾਵਾਂ ਧੋਣ ਵਾਲੀ ਸੰਗਤ ਬਹੁਤ ਹੈ, ਜੋੜੇ ਝਾੜਨ ਵਾਲੀ ਸੰਗਤ ਬਹੁਤ ਹੈ, ਲੰਗਰ ਬਣਾਉਣ ਵਾਲੀ ਅਤੇ ਛਕਾਉਣ ਵਾਲੀ ਅਤੇ ਛਕਣ ਵਾਲੀ ਸੰਗਤ ਬਹੁਤ ਹੈ। ਹਰ ਪਾਸੇ ਸੰਗਤ ਸੇਵਾ ਕਰਨ ਲਈ ਤਿਆਰ ਹੈ, ਪਰ ਕੌਮ ਨੂੰ ਲੋੜ ਹੈ ਦਿਮਾਗੀ ਤੌਰ 'ਤੇ ਸੇਵਾ ਕਰਨ ਦੀ, ਗੁਰੂ ਗ੍ਰੰਥ ਦੇ ਨਾਲ ਪ੍ਰੇਮ ਪਾਉਣ ਦੀ। ਕਿਉਂਕਿ ਜੇ ਗੁਰੂ ਗ੍ਰੰਥ ਨਾਲ ਪ੍ਰੇਮ ਹੋਏਗਾ ਤਾਂ ਹੀ ਪੰਥ ਚੜ੍ਹਦੀ ਕਲਾ 'ਚ ਜਾਏਗਾ। ਕਿਉਂਕਿ ਜੇ ਅਸੀਂ ਜੜ੍ਹਾਂ ਨਾਲ ਨਾ ਜੁੜੇ ਤੇ ਫਿਰ ਫੁੱਲ ਤੇ ਮੁਰਝਾ ਹੀ ਜਾਣਗੇ। ਇਹ ਨਾ ਹੋਵੇ ਕਿ ਅਸੀਂ ਮੁਰਝਾਏ ਹੋਏ ਬਨਾਵਟੀ ਫੁੱਲਾਂ ਵਾਂਗੂ ਦੂਜਿਆਂ ਨੂੰ ਦਿਖਾਈਏ, ਕਿਉਂਕਿ ਅਸੀਂ ਇਕੱਲਾ ਆਪ ਹੀ ਨਹੀਂ ਸਤਿਗੁਰਾਂ ਤੋਂ ਚਾਨਣ ਮੁਨਾਰਾ ਲੈਣਾ, ਚਾਨਣ ਲੈਣਾ, ਦੁਨੀਆ ਨੂੰ ਵੀ ਚਾਨਣ ਦੇਣਾ। ਤੇ ਆਓ ਸਤਿਗੁਰ ਦੀਆਂ ਬਖਸ਼ਿਸ਼ਾਂ ਦੇ ਨਾਲ ਆਪਾਂ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਤੇ ਜਿਹਨੂੰ ਵੀ ਮਾਈ ਭਾਈ ਨੂੰ ਸਹਿਜ ਪਾਠ ਕਰਨ ਵਾਸਤੇ ਪੋਥੀਆਂ ਚਾਹੀਦੀਆਂ ਹਨ, 4 ਭਾਗਾਂ ਵਿੱਚ ਪੋਥੀਆਂ ਹਨ, ਨਾਲ ਸਟੈਂਡ ਵੀ ਹੈ, ਆਪ ਜੀ ਪ੍ਰਾਪਤ ਕਰ ਸਕਦੇ ਹੋ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੀ ਹੈ, ਪੈਰਿਸ ਤੋਂ ਕਰ ਸਕਦੇ ਹੋ, ਸਿੱਖੀ ਸੇਵਾ ਸੁਸਾਇਟੀ ਇਟਲੀ ਹੈ, ਹਾਲੈਂਡ ਤੋਂ, ਵਿਆਨਾ ਤੋਂ ਅਤੇ ਬੈਲਜੀਅਮ ਤੋਂ, ਅਤੇ ਤੁਸੀਂ ਬਰਮਿੰਗਮ ਤੋਂ, UK ਤੋਂ, ਆਪਣਾ ਮੈਨਚੈਸਟਰ ਤੋਂ, ਬਹੁਤ ਸਾਰੀਆਂ ਥਾਵਾਂ ਤੋਂ ਤੁਸੀਂ ਇਹ ਸ਼ਬਦਾਰਥ ਪ੍ਰਾਪਤ ਕਰ ਸਕਦੇ ਹੋ। ਅਤੇ ਜ਼ਿੰਦਗੀ ਦਾ ਅਨਮੋਲ ਜਿਹੜਾ ਸਮਾਂ ਹੈ, ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਗੁਰੂ ਸਾਹਿਬਾਨ ਦੀ ਸੰਗਤ, 36 ਮਹਾਂਪੁਰਖਾਂ ਦੀ ਸੰਗਤ। ਕਿਉਂਕਿ ਜਦੋਂ ਇਹ ਸੰਗਤ ਕਰੋਗੇ ਨਾ, ਫਿਰ ਪਤਾ ਲੱਗੇਗਾ ਤੁਹਾਨੂੰ ਵੀ ਵਾਕਈ ਕੀ ਹੈ। ਕਿਉਂਕਿ ਮਹਾਰਾਜ ਨੇ ਕਿਹਾ ਹੈ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਆ ਗੁਣ ਦੇ। ਜਿਨ੍ਹਾਂ ਕੋਲ ਕੋਈ ਗੁਣ ਨਹੀਂ ਹੋਏਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਬਣਾ ਦੇਣਗੇ। ਤੇ ਜਿਨ੍ਹਾਂ ਕੋਲ ਆਲਰੇਡੀ ਹੈਗੇ ਨੇ, ਉਹਨਾਂ ਨੂੰ ਹੋਰ ਦੇ ਦੇਣਗੇ। ਤੇ ਨਾਲ ਹੀ ਮਹਾਰਾਜ ਨੇ ਕਿਹਾ, ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਇਹੋ ਜਿਹੇ ਹੋਰ ਦੁਨੀਆ 'ਤੇ ਕੋਈ ਨਹੀਂ ਜੇ। ਬੜੇ ਵੱਡੇ ਭੁਲੇਖੇ ਨੇ, ਬਹੁਤ ਵੱਡੇ ਵੱਡੇ। ਕੋਈ ਹਜ਼ਾਰਾਂ ਦੇ ਵਿੱਚੋਂ ਕੋਈ ਗੁਰਸਿੱਖ ਪਿਆਰਾ ਸੰਤ ਮਹਾਂਪੁਰਸ਼ ਪੂਰਨ ਹੁੰਦਾ ਹੈ। ਅੱਜ ਤੇ ਡਾਰਾਂ ਦੀਆਂ ਡਾਰਾਂ ਨੇ, ਤੇ ਕਿੱਦਾਂ ਪਹਿਚਾਨੋਗੇ? ਕਿਉਂਕਿ ਕਸਵੱਟੀ ਨਹੀਂ ਹੈਗੀ, ਕਸਵੱਟੀ ਹੈ ਗੁਰਬਾਣੀ। ਜਦੋਂ ਤੁਸੀਂ ਖੁਦ ਗੁਰਬਾਣੀ ਪੜ੍ਹੋਗੇ ਨਾ, ਤੁਹਾਡੇ ਅੰਦਰੋਂ ਹਰ ਇੱਕ ਗੱਲ ਦੇ ਉੱਤੇ 2-2 ਪੰਕਤੀਆਂ ਆਉਣਗੀਆਂ। ਫਿਰ ਤੁਸੀਂ ਕਸਵੱਟੀ 'ਤੇ ਉਸ ਵੀਰ, ਉਸ ਭਾਈ ਨੂੰ ਪਹਿਚਾਣ ਲੱਗੇ। ਕਿਉਂਕਿ ਗੁਰੂ ਮਹਾਰਾਜ ਕਹਿੰਦੇ ਨੇ, ਜੋ ਹਰ ਕੀ ਹਰ ਕਥਾ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਹਿਜ ਪਾਠ ਕਰਨਾ ਇੰਨਾ ਜ਼ਰੂਰੀ ਹੈ, ਇੰਨਾ ਜ਼ਰੂਰੀ ਹੈ, ਜਿੰਨਾ ਕਿ ਪਵਨ ਗੁਰੂ। ਸਿਰਫ ਐਗਜ਼ਾਮਪਲ, ਕਿਉਂਕਿ ਬਾਣੀ ਮਹਾਰਾਜ ਦੀ ਜਿੱਥੇ ਜਿੱਥੇ ਵਿਚਾਰ ਦਿੰਦੀ ਹੈ, ਉਹਦੇ ਨਾਲ ਨਾਲ ਆਪਾਂ ਕਰ ਸਕਦੇ ਹਾਂ ਵੀ ਹਵਾ ਸਰੀਰ ਲਈ ਜ਼ਰੂਰੀ ਹੈ ਅਤੇ ਗੁਰੂ ਆਤਮਾ ਲਈ ਜ਼ਰੂਰੀ ਹੈ। ਸੋ ਆਪ ਜੀ ਸਭ ਸੰਗਤਾਂ ਬੇਨਤੀ ਹੈ ਵੀਰ ਜਤਿੰਦਰ ਸਿੰਘ ਜੀ ਉੱਪਲ ਵੱਲੋਂ ਕਿ ਆਪ ਸਭ ਸੰਗਤਾਂ ਲਾਹਾ ਲਓ, ਅਤੇ ਜਿੱਥੇ ਜਿੱਥੇ ਵੀ ਤੁਹਾਨੂੰ ਸੈਂਚੀਆਂ ਚਾਹੀਦੀਆਂ ਹਨ, ਆਪਣੇ ਇੰਡੀਆ ਦੇ ਵਿੱਚ, ਪੰਜਾਬ ਵਿੱਚ, ਜਿਹੜੇ ਪਿੰਡ ਵਿੱਚ ਤੁਸੀਂ ਚਾਹੁੰਦੇ ਹੋ, ਬਿਨਾਂ ਕਿਸੇ ਭੇਟਾ ਤੋਂ, ਇੱਕ ਪੈਨੀ ਵੀ ਨਹੀਂ ਦੇਣੀ, ਅਤੇ ਬਹੁਤ ਸਾਰੀਆਂ ਸੈਂਚੀਆਂ ਜਿਹੜੀਆਂ ਉੱਥੇ ਸੈਮੀਨਾਰ ਕਰਾਏ ਜਾਣਗੇ। ਅਸੀਂ ਕਾਰਡ ਵੀ ਦਿੰਦੇ ਹਾਂ ਵੀ ਭਾਈ ਆਪਣੇ ਸਕੂਲ, ਕਾਲਜ, ਯੂਨੀਵਰਸਿਟੀਆਂ, ਗੁਰਦੁਆਰਿਆਂ ਵਿੱਚ ਸਹਿਜ ਪਾਠ ਦੀ ਲਹਿਰ ਚਲਾਓ ਅਤੇ ਸ਼ਬਦਾਰਥ ਲੈ ਕੇ ਸਤਿਗੁਰਾਂ ਦੇ ਚਰਨੀ ਲੱਗ ਕੇ ਆਨੰਦ ਮਾਣੋ। ਸੋ ਸੰਗਤ ਟੈਲੀਵਿਜ਼ਨ ਨੂੰ ਅਤੇ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਪਹਿਲੇ ਪ੍ਰਕਾਸ਼ ਪੁਰਬ ਦੀ, ਤਾਂ ਜੋ ਸਤਿਗੁਰਾਂ ਦੇ ਚਰਨੀ ਜਿਹੜੀ ਇਹ ਲਹਿਰ ਸ਼ੁਰੂ ਹੋਈ ਸੀ, ਅਤੇ ਸੰਗਤ ਟੈਲੀਵਿਜ਼ਨ ਨੇ ਇਹ ਐਪੀਸੋਡ ਨਵਾਂ ਸ਼ੁਰੂ ਕੀਤਾ ਹੈ। ਇਹਦੇ ਵਿੱਚ ਅਸੀਂ ਲੈ ਕੇ ਆਵਾਂਗੇ ਹੋਰ ਵੀਰਾਂ ਭੈਣਾਂ ਨੂੰ, ਜੋ ਕਿ ਆਪਣੇ ਆਪਣੇ ਸਹਿਜ ਪਾਠ ਦੇ ਅਨੁਭਵ ਦੱਸਣਗੇ। ਸਹਿਜ ਪਾਠ ਕਰੀਏ ਅਤੇ ਵਿਚਾਰੀਏ। ਆਓ
ਰੋਜ਼ਾਨਾ ਸਹਿਜ ਪਾਠ ਕਰੀਏ ਤੇ ਵਿਚਾਰੀਏ। ਤੇ ਇਸ ਪ੍ਰੋਗਰਾਮ ਦਾ ਨਾਮ ਹੈ ਜੋ ਬੜਾ ਪਿਆਰਾ ਵੀਰਾਂ ਨੇ ਰੱਖਿਆ ਹੈ, ਰੋਜ਼ਾਨਾ ਸਹਿਜ ਪਾਠ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕੀ ਦੀ ਮੁਆਫੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।